ਹੈਲੋ ਹਾਈ एवरीवन वेलकम टू माय यूट्यूब चैनल। हाँ जी राजी, अज आप समझांगे भी स्ट्रक्चर ऑफ बजट की आ। इनू आप कंपोनेंट ऑफ बजट भी कहने आ। ਇਹਦੇ मेन दो कंपोनेंट ने, एक बजट रिसिप्ट एक बजट एक्सपेंडिचर। जो अपना बजट रिसिप्ट की आ ये ਉਹ ਐਸਟੀਮੇਟਡ ਮਨੀ ਆ ਜੋ ਡੂਰਿੰਗ ਦਾ ਜਿੰਨੇ ਵੀ ਸੋਰਸ ਹੈਗੇ ਨੇ ਗਵਰਨਮੈਂਟ ਦੇ ਜਿੱਤੋਂ ਸਰਕਾਰ ਨੂੰ ਪੈਸਾ ਆਉਂਦਾ ਡੂਰਿੰਗ ਦਾ ਫਿਸਕਲ ਈਅਰ, ਉਹ ਐਸਟੀਮੇਟਡ ਮਨੀ ਬਾਰੇ ਦੱਸਦੀ ਆ ਜੋ ਆਪਣੀ ਬਜਟ ਰਿਸਿप्ट ਆ, ਜੋ ਵੀ ਜਿੰਨੇ ਵੀ ਰਿਸੋਰਸਾਂ ਤੋਂ ਗਵਰਨਮੈਂਟ ਮਨੀ ਕੀ ਕਰੂਗੀ, ਰਿਸੀਵ ਕਰੂਗੀ ਐਸਟੀਮੇਟਡ ਮਨੀ ਡੂਰਿੰਗ ਦਾ ਫਿਸਕਲ ਈਅਰ, ਉਹਨੂੰ ਆਪਾਂ ਕੀ ਕਹਿੰਦੇ ਆ ਬਜਟ ਰਿਸਿप्ट ਕਹਿੰਦੇ ਆ। ਤੇ ਜਿਹੜੀ ਬਜਟ ਰਿਸਿप्ट्स ਆ ਇਹ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ, ਇੱਕ ਆਪਣੀ ਰੈਵਨਿਊ ਰਿਸਿप्ट्स ਹੁੰਦੀ ਆ, ਇੱਕ ਆਪਣੀ ਕੈਪੀਟਲ ਰਿਸਿप्ट्स ਹੁੰਦੀ ਆ। ਰੈਵਨਿਊ ਰਿਸਿप्ट्स ਆਪਣੀ ਉਹ ਰਿਸਿप्ट्स ਹੁੰਦੀ ਆ ਜੋ ਜਿਸ ਦੇ ਨਾਲ ਗਵਰਨਮੈਂਟ ਦੀ ਕੋਈ ਵੀ ਲਾਇਬਿਲਿਟੀ ਕੀ ਆ ਰਿਡਿਊਸ ਨਹੀਂ ਹੋਊਗੀ। ਜਿਹੜੀ ਆਪਣੀ ਰੈਵਨਿਊ ਰਿਸਿप्ट्स ਨੇ ਉਹ ਰਿਸਿप्ट्स ਹੁੰਦੀਆਂ ਨੇ ਜਿਸ ਨਾਲ ਗਵਰਨਮੈਂਟ ਦੀ ਕੋਈ ਵੀ ਲਾਇਬਿਲਿਟੀ ਕੀ ਆ ਮਤਲਬ ਕ੍ਰੀਏਟ ਨਹੀਂ ਹੁੰਦੀ ਹੈਗੀ, ਐਂਡ ਨਾ ਹੀ ਐਸਟ ਦੇ ਵਿੱਚ ਕੀ ਆ ਕੁਝ ਕੋਈ ਰਿਡਕਸ਼ਨ ਹੁੰਦੀ ਹੈ। ਜਿਵੇਂ ਮੰਨ ਲਓ ਹੁਣ ਜਿਹੜਾ ਸਰਕਾਰ ਜਿੰਨਾ ਵੀ ਟੈਕਸ ਰਿਸੀਵ ਕਰਦੀ ਆ, ਡਾਇਰੈਕਟ ਟੈਕਸ ਇਨਡਾਇਰੈਕਟ ਟੈਕਸ ਜੋ ਵੀ ਰਿਸੀਵ ਕੀਤਾ ਵਾ ਗਵਰਨਮੈਂਟ ਨੇ, ਉਹ ਕੀ ਹੁੰਦੀ ਆ ਇੱਕ ਵਨ ਸਾਈਡਡ ਪੇਮੈਂਟ ਹੁੰਦੀ ਆ। ਜੋ ਸਰਕਾਰ ਨੇ ਉਹ ਪੈਸਾ ਰਿਸੀਵ ਕੀਤਾ ਥਰੂ ਟੈਕਸ, ਉਹ ਕੀ ਆ ਉਹਦੇ ਬਦਲੇ ਸਰਕਾਰ ਨੇ ਜਿਨ੍ਹਾਂ ਤੋਂ ਰਿਸੀਵ ਕੀਤਾ ਉਹਨਾਂ ਨੂੰ ਵਾਪਸ ਨਹੀਂ ਕਰਨਾ। ਉਹ ਸਰਕਾਰ ਨੇ ਦੇਖਣਾ ਵੀ ਉਹ ਪੈਸਾ ਉਹਨੇ ਕਿਹੜੇ ਸੋਰਸਾਂ ਦੇ ਉੱਪਰ ਕੰਟਰੀ ਦੇ ਵਿੱਚ ਕੀ ਆ ਕਿੱਥੇ ਕਿੱਥੇ ਉਹਨੇ ਕੀ ਕਰਨਾ ਵਾ ਉਹਨੂੰ ਸਪੈਂਡ ਕਰਨਾ ਵਾ। ਤਾਂ ਇਸ ਕਰਕੇ ਕੀ ਆ ਵੀ ਉਹ ਟੈਕਸ ਰਿਸੀਵ ਕਰਨ ਦੇ ਨਾਲ ਗਵਰਨਮੈਂਟ ਦੀ ਕੋਈ ਵੀ ਲਾਇਬਿਲਿਟੀ ਕ੍ਰੀਏਟ ਨਹੀਂ ਹੁੰਦੀ, ਨਾ ਹੀ ਰੈਵਨਿਊ ਰਿਸਿप्ट्स ਦੇ ਨਾਲ ਕੀ ਆ ਕੋਈ ਐਸਟ ਦੇ ਵਿੱਚ ਕੀ ਆਉਂਦਾ ਵਾ ਡਿਕਰੀਜ਼ ਆਉਂਦਾ ਵਾ ਗਵਰਨਮੈਂਟ ਦੇ। ਤਾਂ ਇਹਦੀਆਂ ਮੇਨ ਦੋ ਫੀਚਰਸ ਨੇ ਵੀ ਜਿਹੜੀਆਂ ਇਹ ਰਿਸਿप्ट्स ਹੁੰਦੀਆਂ ਨੇ ਇਹਦੇ ਨਾਲ ਕੋਈ ਵੀ ਲਾਇਬਿਲਿਟੀ ਕ੍ਰੀਏਟ ਨਹੀਂ ਹੁੰਦੀ ਹੈਗੀ ਗਵਰਨਮੈਂਟ ਦੀ, ਐਂਡ ਨਾ ਹੀ ਇਸ ਦੇ ਨਾਲ ਕੋਈ ਵੀ ਐਸਟ ਦੇ ਵਿੱਚ ਕੀ ਆ ਰਿਡਕਸ਼ਨ ਆਉਂਦੀ ਆ। ਹੁਣ ਆਪਾਂ ਨੇ ਦੇਖਣਾ ਵੀ ਜਿਹੜੀ ਆਪਣੀ ਰੈਵਨਿਊ ਰਿਸਿप्ट्स ਨੇ ਇਹ ਸਰਕਾਰ ਨੂੰ ਕਿਹੜੇ ਸੋਰਸਾਂ ਤੋਂ ਮਿਲਦੀ ਆ। ਇਹਦੇ ਦੋ ਮੇਨ ਸੋਰਸ ਨੇ ਵੀ, ਇੱਕ ਤਾਂ ਸਰਕਾਰ ਨੂੰ ਟੈਕਸ ਦੇ ਰੂਪ ਦੇ ਵਿੱਚ ਕੀ ਆ ਪੈਸਾ ਆਉਂਦਾ, ਟੈਕਸ ਦੀ ਫਾਰਮ ਦੇ ਵਿੱਚ ਪੈਸਾ ਆਉਂਦਾ, ਇੱਕ ਕੀ ਆ ਨੌਨ ਟੈਕਸ ਰਿਸਿप्ट्स ਹੁੰਦੀਆਂ ਨੇ ਜੋ ਰੈਵਨਿਊ ਰਿਸਿप्ट ਬਣਦੀਆਂ ਨੇ। ਹੁਣ ਦੇਖੋ ਵੀ ਟੈਕਸ ਕਿਹੜੇ ਟੈਕਸ ਦੇ ਥਰੂ ਸਰਕਾਰ ਨੂੰ ਰੈਵਨਿਊ ਰਿਸਿप्ट ਹੁੰਦੀ ਆ। ਪਹਿਲਾ ਹੈਗਾ ਜੀ ਪ੍ਰੋਗਰੈਸਿਵ ਟੈਕਸ। ਪ੍ਰੋਗਰੈਸਿਵ ਟੈਕਸ ਉਹ ਟੈਕਸ ਹੁੰਦਾ ਜੋ ਇਨਕਮ ਇਨਕਰੀਜ਼ ਹੋਣ ਦੇ ਨਾਲ ਟੈਕਸ ਰੇਟ ਜਿਹੜਾ ਇਨਕਰੀਜ਼ ਹੋਵੇ। ਜਿਵੇਂ ਮੰਨ ਲਓ ਆਪਣੀ ਇਨਕਮ ਕੀ ਆ 3 ਲੱਖ ਤੋਂ 3 ਲੱਖ 1 ਤੋਂ ਲੈ ਕੇ ਆਪਣੀ 6 ਲੱਖ ਤੱਕ ਆਪਾਂ ਗੱਲ ਕਰੀਏ ਤਾਂ ਆਪਣਾ ਮੰਨ ਲਓ ਕਿੰਨਾ ਵਾ 5%। ਤੇ ਉਸ ਤੋਂ ਬਾਅਦ ਆਪਾਂ 6 ਲੱਖ 1 ਤੋਂ ਆਪਾਂ ਗੱਲ ਕਰੀਏ ਕਿ ਆਪਣਾ 9 ਲੱਖ ਤੱਕ ਤਾਂ ਕਿੰਨਾ ਵਾ 10%। ਤਾਂ ਦੇਖੋ ਇਨਕਮ ਵੀ ਇਨਕਰੀਜ਼ ਹੋ ਰਹੀ ਆ ਨਾਲ ਟੈਕਸ ਰੇਟ ਵੀ ਕੀ ਹੋ ਰਿਹਾ ਇਨਕਰੀਜ਼ ਹੋ ਰਿਹਾ। ਇਹਨੂੰ ਆਪਾਂ ਕੀ ਕਹਿੰਦੇ ਆ ਪ੍ਰੋਗਰੈਸਿਵ ਟੈਕਸ ਕਹਿੰਦੇ ਆ। ਇਹਦਾ ਬਰਡਨ ਜ਼ਿਆਦਾ ਪੈਂਦਾ ਵਾ ਜੋ ਆਪਣੇ ਰਿਚ ਪੀਪਲ ਨੇ। ਤੇ ਉਸ ਤੋਂ ਬਾਅਦ ਹੈਗਾ ਜੀ ਰਿਗਰੈਸਿਵ ਟੈਕਸਸ, ਉਹ ਹੁੰਦਾ ਜੋ ਇਨਕਮ ਇਨਕਰੀਜ਼ ਹੋ ਰਹੀ ਆ ਬਟ ਟੈਕਸ ਰੇਟ ਇਨਕਰੀਜ਼ ਨਹੀਂ ਹੋ ਰਿਹਾ, ਉਹ ਡਿਕਰੀਜ਼ ਹੋ ਰਿਹਾ। ਜੋ ਆਪਣਾ ਰਿਗਰੈਸਿਵ ਟੈਕਸ ਆ ਇਹਦਾ ਜਿਹੜਾ ਬਰਡਨ ਪੈਂਦਾ ਵਾ ਉਹ ਜਿਹੜੇ ਪੂਅਰ ਲੋਕ ਨੇ ਉਹਨਾਂ ਦੇ ਉੱਪਰ ਪੈਂਦਾ ਜ਼ਿਆਦਾ ਬਰਡਨ। ਉਸ ਤੋਂ ਬਾਅਦ ਹੈਗਾ ਜੀ ਵੈਲਿਊ ਐਡਡ। ਵੈਲਿਊ ਟੈਕਸ ਕੀ ਆ ਵੀ ਜਿਵੇਂ ਇੱਕ ਜਿਹੜਾ ਪ੍ਰੋਡਕਟ ਆ ਠੀਕ ਹੈ ਜੀ ਉਹ ਅਲੱਗ-ਅਲੱਗ ਸਟੇਜ ਦੇ ਵਿੱਚੋਂ ਕੀ ਆ ਮਤਲਬ ਟ੍ਰਾਂਸਫਰ ਹੁੰਦਾ, ਤਾਂ ਈਚ ਜਿਹੜੀ ਆਪਣੀ ਸਟੇਜ ਆ ਪ੍ਰੋਡਕਸ਼ਨ ਦੀ ਉਸ ਉੱਪਰ ਜੋ ਟੈਕਸ ਲੱਗਦਾ ਉਸ ਨੂੰ ਆਪਾਂ ਕੀ ਕਹਿੰਦੇ ਆ ਵੈਲਿਊ ਐਡਡ ਟੈਕਸ ਕਹਿੰਦੇ ਆ। ਜਿਹੜਾ ਆਪਣਾ ਵੈਲਿਊ ਐਡਡ ਆਪਾਂ ਕਿਵੇਂ ਕੈਲਕੂਲੇਟ ਕਰਦੇ ਆ, ਇਹ ਡਿਫਰੈਂਸ ਹੁੰਦਾ ਬਿਟਵੀਨ ਵੈਲਿਊ ਆਫ ਆਊਟਪੁੱਟ ਐਂਡ ਇੰਟਰਮੀਡੀਏਟ ਕੰਜੰਪਸ਼ਨ। ਜੇ ਆਪਾਂ ਵੈਲਿਊ ਆਫ ਆਊਟਪੁੱਟ ਦੇ ਵਿੱਚ ਇੰਟਰਮੀਡੀਏਟ ਕੰਜੰਪਸ਼ਨ ਮਾਈਨਸ ਕਰਾਂਗੇ ਤਾਂ ਆਪਣੇ ਕੋਲ ਵੈਲਿਊ ਕੀ ਆ ਕਿਹੜੀ ਕੈਲਕੂਲੇਟ ਹੋਊਗੀ ਵੈਲਿਊ ਐਡਡ। ਤਾਂ ਜਿਹੜਾ ਵੈਲਿਊ ਐਡਡ ਟੈਕਸ ਆ ਇਹ ਆਪਣਾ ਲੱਗਦਾ ਵਾ ਹਰ ਇੱਕ ਐਵਰੀ ਸਟੇਜ ਆਫ ਪ੍ਰੋਡਕਸ਼ਨ ਦੇ ਉੱਪਰ। ਉਸ ਤੋਂ ਬਾਅਦ ਹੈਗਾ ਜੀ ਸਪੈਸੀਫਿਕ ਟੈਕਸ। ਜਿਹੜਾ ਸਪੈਸੀਫਿਕ ਟੈਕਸ ਅਪਲਾਈ ਹੁੰਦਾ ਔਨ ਦਾ ਕਮੋਡਿਟੀ ਔਨ ਦਾ ਬੇਸਿਸ ਆਫ ਇਟਸ ਸਾਈਜ਼, ਉਹਦੀ weight, ਉਸਦੇ ਯੂਨਿਟ ਨੇ ਜਿਹੜੇ ਕਮੋਡਿਟੀ ਦੇ ਉਸਦੇ ਅਕੋਰਡਿੰਗ ਜਿਹੜਾ ਟੈਕਸ ਲੱਗਦਾ ਉਸ ਨੂੰ ਆਪਾਂ ਕੀ ਕਹਿੰਦੇ ਆ ਸਪੈਸੀਫਿਕ ਟੈਕਸ ਕਹਿੰਦੇ ਆ। ਉਸ ਤੋਂ ਬਾਅਦ ਹੈਗਾ ਜੀ ਡਾਇਰੈਕਟ ਟੈਕਸ ਕਿਹੜਾ ਹੁੰਦਾ ਵੀ ਜਿਹੜੇ ਪਰਸਨ ਦੇ ਉੱਪਰ ਲੱਗਿਆ ਉਹੀ ਉਹ ਮਤਲਬ ਪਰਸਨ ਕੀ ਕਰੂਗਾ ਪੇ ਕਰੂਗਾ। ਜਿਵੇਂ ਇਨਕਮ ਟੈਕਸ ਮੰਨ ਲਓ ਵੀ ਜਿਹੜੀ ਮੇਰੀ ਇਨਕਮ ਆ 3 ਲੱਖ ਤੋਂ 6 ਲੱਖ ਦੇ ਬਿਟਵੀਨ ਆ ਰਹੀ ਆ ਤਾਂ ਇੱਥੇ ਕੀ ਆ ਉਹ ਮੇਰੀ ਇਨਕਮ ਆ ਤਾਂ ਉਹ ਮੇਰੀ ਇਨਕਮ ਦੇ ਉੱਪਰ ਟੈਕਸ ਲੱਗਿਆ ਤਾਂ ਮੇਰੇ ਦੁਆਰਾ ਹੀ ਟੈਕਸ ਕੀ ਕਰਿਆ ਜਾਊਗਾ ਪੇ ਕਰਿਆ ਜਾਊਗਾ, ਤਾਂ ਉਹ ਕੀ ਆ ਡਾਇਰੈਕਟ ਟੈਕਸ। ਤਾਂ ਜਿਹੜਾ ਆਪਣਾ ਇਨਕਮ ਟੈਕਸ ਆ ਉਹ ਕੀ ਆ ਜੀ ਡਾਇਰੈਕਟ ਟੈਕਸ ਆ। ਜਿਹੜਾ ਕਾਰਪੋਰੇਸ਼ਨ ਟੈਕਸ ਆ ਉਹ ਵੀ ਕਿਹੜਾ ਵਾ ਡਾਇਰੈਕਟ ਟੈਕਸ। ਤੇ ਉਸ ਤੋਂ ਬਾਅਦ ਆ ਗਿਆ ਜੀ ਇਨਡਾਇਰੈਕਟ ਟੈਕਸ। ਇਨਡਾਇਰੈਕਟ ਟੈਕਸ ਕੀ ਹੁੰਦਾ ਵੀ ਸਟਾਰਟਿੰਗ ਦੇ ਵਿੱਚ ਕਿਸੇ ਹੋਰ ਪਰਸਨ ਦੇ ਉੱਪਰ ਲੱਗਿਆ ਬਾਅਦ ਦੇ ਵਿੱਚ ਉਹ ਟ੍ਰਾਂਸਫਰ ਹੋ ਜਾਂਦਾ ਵਾ ਦੂਸਰੇ ਪਰਸਨ ਦੇ ਉੱਪਰ। ਜਿਵੇਂ ਵੀ ਜਿਹੜਾ GST ਆ ਉਹ ਪ੍ਰੋਡਿਊਸਰਾਂ ਦੁਆਰਾ ਪੇ ਕੀਤਾ ਜਾਂਦਾ ਗਵਰਨਮੈਂਟ ਨੂੰ, ਬਟ ਉਹਦਾ ਜਿਹੜਾ ਬਰਡਨ ਆ ਕਿਹਨਾਂ ਉੱਪਰ ਸ਼ਿਫਟ ਹੁੰਦਾ ਜਿਹੜੇ ਬਾਇਰ ਨੇ, ਤਾਂ ਬਾਅਦ ਦੇ ਵਿੱਚ ਉਹ ਕਲੈਕਟ ਕਿਹਨਾਂ ਤੋਂ ਕਰਿਆ ਜਾਂਦਾ ਵਾ ਬਾਇਰ ਦੁਆਰਾ, ਬਾਇਰਾਂ ਤੋਂ। ਬਾਅਦ ਦੇ ਵਿੱਚ ਪ੍ਰੋਡਿਊਸਰਾਂ ਦੁਆਰਾ ਜਿਹੜਾ ਕਲੈਕਟ ਕੀਤਾ ਜਾਂਦਾ ਵਾ ਕਿਹਨਾਂ ਤੋਂ ਆਪਣਾ ਕੀ ਕਲੈਕਟ ਕੀਤਾ ਜਾਂਦਾ ਜਿਹੜੇ ਆਪਣੇ ਬਾਇਰ ਨੇ ਜਿਹੜੇ ਕਸਟਮਰ ਨੇ। ਜਿਵੇਂ ਇਹਦੀ GST ਆ ਕਿਉਂਕਿ GST ਪ੍ਰੋਡਿਊਸਰਾਂ ਨੂੰ ਨੇ ਪੇ ਕਰੀ ਆ ਗਵਰਨਮੈਂਟ ਨੂੰ ਬਟ ਕਲੈਕਟ ਕਿਤੋਂ ਕੀਤੀ ਜਾ ਰਹੀ ਆ ਬਾਅਦ ਦੇ ਵਿੱਚ ਉਹ ਕਸਟਮਰਾਂ ਤੋਂ। ਤਾਂ GST ਕਿਹੜਾ ਟੈਕਸ ਆਪਣਾ ਇਨਡਾਇਰੈਕਟ ਟੈਕਸ। ਉਸ ਤੋਂ ਬਾਅਦ ਆ ਗਿਆ ਜੀ ਨੌਨ ਟੈਕਸ ਰਿਸਿप्ट।
ਹੁਣ ਟੈਕਸ ਤੋਂ ਬਿਨਾ ਹੋਰ ਸਰਕਾਰ ਨੂੰ ਕਿਹੜੀ ਰੈਵਨਿਊ ਰਿਸਿਪਟ ਆਉਂਦੀ ਆ? ਪਹਿਲੀ ਫੀਸ, ਕੋਈ ਵੀ ਆਪਾਂ ਕੋਰਟ ਫੀਸ ਪੇ ਕਰਦੇ ਆ, ਕੋਈ ਵੀ ਪਾਸਪੋਰਟ ਫੀਸ ਆਪਾਂ ਨੇ ਪੇ ਕੀਤੀ ਆ, ਉਹ ਸਰਕਾਰ ਦੀ ਕਿਹੜੀ ਰਿਸਿਪਟ ਆ? ਨਾਨ ਟੈਕਸ ਰਿਸਿਪਟ ਆ। ਇਹ ਵੀ ਆਪਣੀ ਕਿਹੜੀ ਰਿਸਿਪਟ ਹੋਊਗੀ? ਰੈਵਨਿਊ ਰਿਸਿਪਟ। ਉਹ ਵੀ ਗਵਰਨਮੈਂਟ ਦੇ ਜੋ ਮਤਲਬ ਕਾਨੂੰਨ ਵਗੈਰਾ ਲਾਅ ਬਣਾਏ ਹੋਏ ਨੇ ਉਹਨਾਂ ਨੂੰ ਕੋਈ ਬ੍ਰੇਕ ਕਰਦਾ ਤਾਂ ਉਹਨੂੰ ਪਨਿਸ਼ਮੈਂਟ ਦੇ ਥਰੂ ਕੀ ਆ? ਫਾਈਨ ਪੇ ਕਰਨਾ ਪੈਂਦਾ। ਜੋ ਕੋਈ ਵੀ ਪਰਸਨ ਆ ਬ੍ਰੇਕ ਕਰ ਰਿਹਾ, ਜੋ ਰੂਲ ਬਣੇ ਹੋਏ ਨੇ ਗਵਰਨਮੈਂਟ ਦੇ ਲਾਅ ਬਣੇ ਹੋਏ ਨੇ, ਉਹਦੇ ਬਦਲੇ ਜੋ ਫਾਈਨ ਪੇ ਕਰੂਗਾ ਗਵਰਨਮੈਂਟ ਨੂੰ, ਤਾਂ ਉਹ ਗਵਰਨਮੈਂਟ ਦੀ ਕੀ ਹੋਊਗੀ? ਨਾਨ ਟੈਕਸ ਰਿਸਿਪਟ ਹੋਊਗੀ। ਅਸਚੀਟ ਕੀ ਆ? ਵੀ ਜਿਵੇਂ ਕਿਸੇ ਪਰਸਨ ਦੀ ਡੈਥ ਹੋ ਗਈ, ਉਸਦਾ ਕੀ ਅੱਗੇ ਲੀਗਲ ਹੇਅਰ ਨਹੀਂ ਹੈਗਾ, ਤਾਂ ਜਿਹੜੀ ਉਹਦੀ ਪ੍ਰਾਪਰਟੀ ਆ ਉਹ ਗਵਰਨਮੈਂਟ ਕੋਲ ਚਲੀ ਜਾਊਗੀ, ਤਾਂ ਉਹਦੇ ਥਰੂ ਜੋ ਪੈਸਾ ਆਊਗਾ ਗਵਰਨਮੈਂਟ ਨੂੰ, ਉਹ ਕਿਹੜੀ ਹੋਊਗੀ? ਨਾਨ ਟੈਕਸ ਰਿਸਿਪਟ ਹੋਊਗੀ। ਉਸ ਤੋਂ ਬਾਅਦ ਹੈ ਕਿ ਜੀ ਸਪੈਸ਼ਲ ਅਸੈਸਮੈਂਟ, ਇਨਕਮ ਫਰੋਮ ਪਬਲਿਕ ਐਂਟਰਪ੍ਰਾਈਜ਼, ਜੋ ਵੀ ਗਵਰਨਮੈਂਟ ਦੀਆਂ ਆਪਦੀਆਂ ਐਂਟਰਪ੍ਰਾਈਜ਼ ਨੇ ਉਹ ਤੋਂ ਜੋ ਪ੍ਰੋਫਿਟ ਅਰਨ ਹੋਣਾ ਵਾ ਗਵਰਨਮੈਂਟ ਨੂੰ, ਉਹ ਕੀ ਹੋਊਗਾ ਜੀ? ਨਾਨ ਟੈਕਸ ਰਿਸਿਪਟ ਹੋਊ। ਉਸ ਤੋਂ ਬਾਅਦ ਆ ਗਈ ਜੀ ਇਨਕਮ ਫਰੋਮ ਦੀ ਸੇਲ ਆਫ ਸਪੈਕਟਰਮ ਲਾਈਕ 2G ਐਂਡ 3G, ਜੋ ਵੀ ਕੋਈ ਵੀ ਗ੍ਰਾਂਟਾਂ ਆਈਆਂ ਨੇ ਗਵਰਨਮੈਂਟ ਨੂੰ, ਡੋਨੇਸ਼ਨਸ ਆਈਆਂ ਨੇ, ਇਹ ਸਾਰੀ ਕੀ ਨੇ? ਰੈਵਨਿਊ ਰਿਸਿਪਟ ਨੇ। ਤੇ ਕਿਹੜੀ ਰਿਸਿਪਟ ਨੇ? ਨਾਨ ਟੈਕਸ ਰਿਸਿਪਟ। ਇਹਨਾਂ ਰਿਸਿਪਟ ਦੇ ਥਰੂ ਗਵਰਨਮੈਂਟ ਦੀ ਕੋਈ ਵੀ ਜਿਹੜੀ ਲਾਇਬਿਲਿਟੀ ਹੈ ਕ੍ਰੀਏਟ ਨਹੀਂ ਹੁੰਦੀ ਹੈਗੀ, ਤੇ ਨਾ ਹੀ ਗਵਰਨਮੈਂਟ ਦੀ ਇੱਥੇ ਕੀ ਆ? ਰੈਵਨਿਊ ਰਿਸਿਪਟ ਦੇ ਨਾਲ ਐਸਟ ਦੇ ਵਿੱਚ ਕੀ ਆ? ਕੋਈ ਡਿਕਲਾਈਨ ਆਉਂਦਾ। ਉਸ ਤੋਂ ਬਾਅਦ ਆ ਗਈ ਜੀ ਆਪਣੀ ਕੈਪੀਟਲ ਰਿਸਿਪਟਸ। ਇਹ ਆਪਣੀਆਂ ਉਹ ਰਿਸਿਪਟਸ ਹੁੰਦੀਆਂ ਨੇ ਜਿਸ ਦੇ ਨਾਲ ਗਵਰਨਮੈਂਟ ਦੀ ਲਾਇਬਿਲਿਟੀ ਵੀ ਕ੍ਰੀਏਟ ਹੁੰਦੀ ਆ, ਐਂਡ ਜਿਹੜੀਆਂ ਐਸਟਸ ਨੇ ਉਹ ਵੀ ਕੀ ਹੁੰਦੀਆਂ ਨੇ? ਰਿਡਿਊਸ ਹੁੰਦੀਆਂ ਨੇ। ਤਾਂ ਹੁਣ ਦੇਖੋ, ਜਿਵੇਂ ਹੁਣ ਲਾਇਬਿਲਿਟੀ ਕਿਵੇਂ ਕ੍ਰੀਏਟ ਹੋਊਗੀ? ਤਾਂ ਜਿਵੇਂ ਗਵਰਨਮੈਂਟ ਆ ਉਸਨੇ ਕੀ ਆ? ਲੋਨ ਲਿਆ, ਠੀਕ ਆ, ਤਾਂ ਲੋਨ ਕੀ ਆ? ਪੈਸਾ ਰਿਸੀਵ ਕਰੂਗੀ ਡੂਰਿੰਗ ਦਾ ਫਿਸਕਲ ਗਵਰਨਮੈਂਟ, ਬਟ ਉਹ ਕੀ ਆ? ਪੈਸਾ ਰਿਟਰਨ ਵੀ ਕਰਨਾ ਵਾ। ਤਾਂ ਜਿਹੜਾ ਲੋਨ ਲਿਆ ਜਾਊਗਾ ਉਹ ਆਪਣੇ ਰਿਟਰਨ ਵੀ ਕਰਨਾ, ਜੋ ਗਵਰਨਮੈਂਟ ਦੁਆਰਾ ਕਰਿਆ ਜਾਊਗਾ। ਤਾਂ ਜੇ ਲੋਨ ਦੇ ਥਰੂ ਜੋ ਪੈਸਾ ਰਿਸੀਵ ਕੀਤਾ ਗਵਰਨਮੈਂਟ ਨੇ, ਉਹਦੇ ਨਾਲ ਕੀ ਆ? ਗਵਰਨਮੈਂਟ ਦੀ ਲਾਇਬਿਲਿਟੀ ਕ੍ਰੀਏਟ ਹੋਊਗੀ। ਪੈਸਾ ਤਾਂ ਰਿਸੀਵ ਹੋ ਰਿਹਾ, ਬਟ ਨਾਲ ਲਾਇਬਿਲਿਟੀ ਵੀ ਕੀ ਆ? ਕ੍ਰੀਏਟ ਹੋ ਰਹੀ ਆ। ਤੇ ਐਸਟਸ ਕਿਵੇਂ ਰਿਡਿਊਸ ਹੋ ਸਕਦੀਆਂ ਨੇ ਇਸ ਦੇ ਨਾਲ? ਜਦੋਂ ਆਪਣਾ ਜਿਹੜਾ ਪਬਲਿਕ ਸੈਕਟਰ ਆ, ਜਿਹੜੀ ਗਵਰਨਮੈਂਟ ਆਪਦੇ ਜਿਹੜੇ ਪਬਲਿਕ ਸੈਕਟਰ ਦੇ ਸ਼ੇਅਰ ਨੇ ਜਿਹੜੇ ਸੇਲ ਕਰ ਦੇਵੇ ਪ੍ਰਾਈਵੇਟ ਸੈਕਟਰ ਨੂੰ, ਤਾਂ ਉਹਦੇ ਨਾਲ ਕੀ ਆ? ਪੈਸਾ ਰਿਸੀਵ ਹੋਊਗਾ, ਬਟ ਜਿਹੜੀ ਆਪਣੀ ਐਸਟਸ ਨੇ ਉਹ ਕੀ ਹੋ ਜਾਣੀਆਂ ਨੇ? ਰਿਡਿਊਸ ਹੋ ਜਾਣੀਆਂ ਨੇ। ਉਸ ਤੋਂ ਬਾਅਦ ਹੈਗਾ ਜੀ ਕੈਪੀਟਲ ਰਿਸਿਪਟਸ। ਆਪਾਂ ਕਿੱਥੋਂ ਮਤਲਬ ਆਪਾਂ ਤੋਂ ਰਿਸੀਵ ਕਰਦੇ ਆ? ਆਪਾਂ ਪਹਿਲਾ ਹੈਗਾ ਜੀ ਰਿਕਵਰੀ ਆਫ ਲੋਨਸ। ਜੇ ਮੰਨ ਲਓ ਵੀ ਜਿਹੜੀ ਗਵਰਨਮੈਂਟ ਆ ਉਹਨੇ ਸਟੇਟ ਜਿਹੜੀ ਗਵਰਨਮੈਂਟ ਆ ਉਹਨੂੰ ਫਾਈਨੈਂਸ਼ੀਅਲ ਕੋਈ ਕ੍ਰਾਈਸਿਸ ਆਉਣ ਕਰਕੇ ਲੋਨ ਆਫਰ ਕੀਤਾ ਸੀ, ਤਾਂ ਉਹ ਕੀ ਆ? ਰਿਕਵਰ ਕਰ ਰਹੀ ਆ ਜਿਹੜੀ ਗਵਰਨਮੈਂਟ ਆ, ਤਾਂ ਉਹਦੇ ਨਾਲ ਕੀ ਹੋਊਗੀ? ਆਪਣੀ ਜਿਹੜੀ ਐਸਟ ਕੀ ਹੋ ਜਾਣੀ ਆ? ਰਿਡਿਊਸ ਹੋ ਜਾਣੀ ਆ। ਪੈਸਾ ਰਿਸੀਵ ਹੋ ਰਿਹਾ, ਬਟ ਪਹਿਲਾਂ ਲੋਨ ਦਿੱਤਾ ਹੋਇਆ ਸੀ ਸੈਂਟਰਲ ਗਵਰਨਮੈਂਟ ਨੇ ਕਿਸੇ ਸਟੇਟ ਗਵਰਨਮੈਂਟ ਨੂੰ, ਤਾਂ ਪੈਸਾ ਜਦੋਂ ਪੇ ਕਰਿਆ ਹੋਇਆ ਸੀ ਤਾਂ ਐਸਟ ਕ੍ਰੀਏਟ ਹੋਈ ਸੀ। ਉਹ ਪੈਸਾ ਹੁਣ ਜਿਹੜੀ ਸਟੇਟ ਗਵਰਨਮੈਂਟ ਆ ਸੈਂਟਰਲ ਗਵਰਨਮੈਂਟ ਨੂੰ ਕੀ ਰਿਟਰਨ ਕਰ ਰਹੀ ਆ। ਪੈਸਾ ਰਿਕਵਰ ਹੋ ਰਿਹਾ, ਬਟ ਐਸਟ ਵੀ ਕੀ ਹੋ ਰਹੀਆਂ ਨੇ? ਰਿਡਿਊਸ ਹੋ ਰਹੀਆਂ ਨੇ। ਤਾਂ ਐਸਟ ਕੀ ਹੋਊਗੀ? ਰਿਡਿਊਸ ਹੋਊਗੀ। ਉਸ ਤੋਂ ਬਾਅਦ ਆ ਗਿਆ ਬੋਰੋ। ਜਦੋਂ ਗਵਰਨਮੈਂਟ ਆ, ਠੀਕ ਆ ਜੀ, ਰੈਸਟ ਆਫ ਵਰਲਡ ਤੋਂ, RBI ਤੋਂ, ਜਨਰਲ ਪਬਲਿਕ ਤੋਂ ਲੋਨ ਲੈ ਰਹੀ ਆ, ਤਾਂ ਉੱਥੇ ਕੀ ਹੋਊਗੀ? ਪੈਸਾ ਤਾਂ ਰਿਸੀਵ ਹੋ ਰਿਹਾ, ਜੋ ਪੈਸਾ ਤਾਂ ਰਿਸੀਵ ਹੋਊਗਾ, ਬਟ ਨਾਲ ਕੀ ਹੋ ਜਾਣੀ ਆ? ਲਾਇਬਿਲਿਟੀ ਕ੍ਰੀਏਟ ਹੋ ਜਾਣੀ ਆ। ਅਦਰ ਰਿਸਿਪਟਸ ਕੀ ਆ? ਡਿਸਇਨਵੈਸਟਮੈਂਟ। ਜਦੋਂ ਗਵਰਨਮੈਂਟ ਆ ਜਿਹੜੇ ਆਪਣੇ ਸ਼ੇਅਰ ਨੇ ਪਬਲਿਕ ਸੈਕਟਰ ਦੇ ਸੇਲ ਕਰ ਦੇਵੇ ਪ੍ਰਾਈਵੇਟ ਸੈਕਟਰ ਨੂੰ, ਤਾਂ ਉੱਥੇ ਕੀ ਆ? ਪੈਸਾ ਤਾਂ ਰਿਸੀਵ ਹੋਊਗਾ ਸ਼ੇਅਰ ਸੇਲ ਕਰਕੇ, ਬਟ ਉੱਥੇ ਕੀ ਆ? ਜਿਹੜੀ ਆਪਣੀ ਐਸਟਸ ਨੇ ਉਹ ਕੀ ਹੋਣਗੀਆਂ? ਰਿਡਿਊਸ ਹੋਣਗੀਆਂ। ਤਾਂ ਡਿਸਇਨਵੈਸਟਮੈਂਟ ਕੀ ਆ? ਵੀ ਪਬਲਿਕ ਸੈਕਟਰ ਸ਼ੇਅਰ ਸੇਲ ਕਰ ਰਹੀ ਆ ਪ੍ਰਾਈਵੇਟ ਨੂੰ, ਪੈਸਾ ਤਾਂ ਰਿਸੀਵ ਹੋ ਰਿਹਾ, ਬਟ ਐਸਟਸ ਵੀ ਕੀ ਹੋ ਰਹੀਆਂ ਨੇ? ਉੱਥੇ ਰਿਡਿਊਸ ਹੋ ਰਹੀਆਂ ਨੇ। ਤਾਂ ਉਸ ਤੋਂ ਬਾਅਦ ਆ ਗਈ ਅਨਦਰ ਕੰਪੋਨੈਂਟ ਆਪਣਾ ਬਜਟ ਐਕਸਪੈਂਡੀਚਰ। ਇਹ ਕੀ ਹੋਣਗੇ ਜੀ? ਬਜਟ ਐਕਸਪੈਂਡੀਚਰ ਜੋ ਗਵਰਨਮੈਂਟ ਦੁਆਰਾ ਡੂਰਿੰਗ ਦਾ ਫਿਸਕਲ ਈਅਰ ਦੇ ਵਿੱਚ ਕਰੇ ਜਾਣਗੇ, ਤਾਂ ਉਹ ਆਪਣੇ ਦੋ ਤਰ੍ਹਾਂ ਦੇ ਹੁੰਦੇ ਨੇ ਵੀ ਜੀ। ਇੱਕ ਆਪਣੇ ਰੈਵਨਿਊ ਤੇ ਇੱਕ ਕੈਪੀਟਲ ਐਕਸਪੈਂਡੀਚਰ। ਰੈਵਨਿਊ ਐਕਸਪੈਂਡੀਚਰ ਉਹ ਐਕਸਪੈਂਡੀਚਰ ਹੁੰਦੇ ਨੇ ਜਿਸ ਦੇ ਨਾਲ ਕੋਈ ਵੀ ਐਸਟ ਕ੍ਰੀਏਟ ਨਹੀਂ ਹੁੰਦੀ ਹੈਗੀ ਗਵਰਨਮੈਂਟ ਦੀ, ਨਾ ਹੀ ਲਾਇਬਿਲਿਟੀ ਕੀ ਹੁੰਦੀ ਆ? ਰਿਡਿਊਸ ਹੁੰਦੀ ਆ। ਹੁਣ ਦੇਖੋ ਜੀ, ਤੇ ਉਸ ਤੋਂ ਬਾਅਦ ਹੁਣ ਕਹਿੰਦੇ ਵੀ ਜਿਹੜੀ ਐਸਟ ਕ੍ਰੀਏਟ ਨਹੀਂ ਹੁੰਦੀ, ਜਿਵੇਂ ਹੁਣ ਸਕਾਲਰਸ਼ਿਪ ਦੇ ਰਹੀ ਆ ਗਵਰਨਮੈਂਟ, ਠੀਕ ਹੈ ਜੀ, 올ਡ ਏਜ ਪੈਨਸ਼ਨ ਦੇ ਰਹੀ ਹੈ, ਇਹ ਕੀ ਆ? ਰੈਵਨਿਊ ਐਕਸਪੈਂਡੀਚਰ ਆ। ਬਟ ਇਹ ਖਰਚੇ ਕਰਨ ਦੇ ਨਾਲ ਗਵਰਨਮੈਂਟ ਦੀ ਕੋਈ ਵੀ ਐਸਟ ਕ੍ਰੀਏਟ ਨਹੀਂ ਹੁੰਦੀ। ਉਸ ਤੋਂ ਬਾਅਦ ਆ ਕੇ ਕਹਿੰਦੇ ਇਸ ਨਾਲ ਲਾਇਬਿਲਿਟੀ ਵੀ ਕੀ ਆ? ਰਿਡਿਊਸ ਨਹੀਂ ਹੁੰਦੀ ਹੈਗੀ। ਜਿਵੇਂ ਸੈਂਟਰਲ ਗਵਰਨਮੈਂਟ ਨੇ ਕੋਈ ਗ੍ਰਾਂਟ ਦਿੱਤੀ ਹੈ ਕਿਸੇ ਵੀ ਸਟੇਟ ਗਵਰਨਮੈਂਟ ਨੂੰ, ਕੋਈ ਪ੍ਰੋਬਲਮ ਕ੍ਰੀਏਟ ਆਉਣ ਕਰਕੇ ਉਹਨਾਂ ਦੀ ਸਟੇਟ ਦੇ ਵਿੱਚ, ਤਾਂ ਜਿਹੜੀ ਗ੍ਰਾਂਟ ਦਿੱਤੀ ਗਈ ਆ ਤਾਂ ਉਹ ਪੈਸਾ ਤਾਂ ਪੇ ਹੋ ਰਿਹਾ, ਖਰਚਾ ਹੋ ਰਿਹਾ, ਉਹ ਰੈਵਨਿਊ ਐਕਸਪੈਂਡੀਚਰ ਆ, ਬਟ ਉਸ ਦੇ ਨਾਲ ਕੋਈ ਵੀ ਲਾਇਬਿਲਿਟੀ ਰਿਡਿਊਸ ਨਹੀਂ ਹੋ ਰਹੀ ਹੈਗੀ ਗਵਰਨਮੈਂਟ ਦੀ। ਗ੍ਰਾਂਟ ਕਾਹਦੇ ਵਾਸਤੇ ਦਿੱਤੀ ਹੋ ਸਕਦੀ ਹੈ? ਵੀ ਕਿਸੇ ਸਟੇਟ ਆ ਉਹਦੇ ਵਿੱਚ ਹੜ੍ਹ ਆ ਗਿਆ ਜਾਂ ਕੋਈ ਹੋਰ ਕੁਦਰਤੀ ਆਫਤ ਆ ਗਈ, ਉਹਦੇ ਕਰਕੇ ਜੋ ਗ੍ਰਾਂਟ ਦਿੱਤੀ ਗਊਗੀ ਸਟੇਟ ਆਪਣੀ ਸੈਂਟਰਲ ਗਵਰਨਮੈਂਟ ਨੇ ਸਟੇਟ ਗਵਰਨਮੈਂਟ ਨੂੰ, ਤਾਂ ਉਹ ਕੀ ਹੋਊਗੀ? ਆਪਣੀ ਰੈਵਨਿਊ ਐਕਸਪੈਂਡੀਚਰ ਹੋਊਗਾ। ਤੇ ਉਹਦੇ ਕੁਝ ਆਈਟਮਸ ਨੇ ਮੇਨ ਰੈਵਨਿਊ ਐਕਸਪੈਂਡੀਚਰ ਦੀਆਂ, ਜੋ ਆਪਣਾ ਇੰਡੀਅਨ ਜਿਹੜਾ ਗਵਰਨਮੈਂਟ ਬਜਟ ਆ ਉਹਦੇ ਵਿੱਚ ਆਪਾਂ ਇਹਨਾਂ ਨੂੰ ਰਿਕਾਰਡ ਕਰਦੇ ਹਾਂ। ਤਾਂ ਪਹਿਲਾ ਹੈਗਾ ਜੀ ਵੇਜ ਪੇ ਆਫ ਦੀ ਗਵਰਨਮੈਂਟ।
ਉਸ ਤੋਂ ਬਾਅਦ ਆ ਗਿਆ ਇੰਟਰਸਟ ਪੇਮੈਂਟਸ, ਐਕਸਪੈਂਡੀਚਰ ਔਨ ਸਬਸਿਡੀਜ਼ ਐਂਡ ਡਿਫੈਂਸ ਪਰਚੇਜਸ। ਇਹ ਆਪਣੇ ਮੇਨ ਕੁਝ ਆਈਟਮਸ ਨੇ ਰੈਵਨਿਊ ਐਕਸਪੈਂਡੀਚਰ ਦੀਆਂ, ਜਿਹੜੀਆਂ ਆਪਣੇ ਇੰਡੀਅਨ ਗਵਰਨਮੈਂਟ ਬਜਟ ਦੇ ਵਿੱਚ ਕੀ ਆ ਇਨਕਲੂਡ ਹੁੰਦੀਆਂ ਨੇ। ਉਸ ਤੋਂ ਬਾਅਦ ਹੈਗਾ ਜੀ ਕੈਪੀਟਲ ਐਕਸਪੈਂਡੀਚਰ, ਉਹ ਹੁੰਦੇ ਨੇ ਜਿਸ ਦੇ ਨਾਲ ਐਸਟ ਵੀ ਕ੍ਰੀਏਟ ਹੋਊਗੀ ਗਵਰਨਮੈਂਟ ਦੀ ਐਂਡ ਲਾਇਬਿਲਿਟੀ ਵੀ ਰਿਡਿਊਸ ਹੋਊਗੀ। ਤਾਂ ਜਿਹੜੀ ਆਪਣੀ ਕੈਪੀਟਲ ਸੈਟ ਆ, ਜਿਵੇਂ ਹੁਣ ਜਿਹੜੀ ਆਪਣੀ ਕੈਪੀਟਲ ਐਕਸਪੈਂਡੀਚਰ ਆ, ਜਿਵੇਂ ਹੁਣ ਜਿਹੜੀ ਗਵਰਨਮੈਂਟ ਆ ਉਹ ਆਪਣੀ ਕੋਈ ਡੋਮੈਸਟਿਕ ਕੋਈ ਵੀ ਕੰਪਨੀ ਆ ਜਾਂ ਕੋਈ ਮਲਟੀਨੈਸ਼ਨਲ ਕਾਰਪੋਰੇਸ਼ਨ ਆ ਉਸਦੇ ਸ਼ੇਅਰ ਪਰਚੇਸ ਕਰ ਰਹੀ ਆ, ਤਾਂ ਕੈਪੀਟਲ ਐਕਸਪੈਂਡੀਚਰ ਹੋਊਗਾ ਗਵਰਨਮੈਂਟ ਦਾ ਤੇ ਸਰਕਾਰ ਦੀ ਉਸ ਕੇਸ ਦੇ ਵਿੱਚ ਕੀ ਆ ਐਸਟ ਵੀ ਕ੍ਰੀਏਟ ਹੋਊਗੀ। ਤੇ ਉਸ ਤੋਂ ਬਾਅਦ ਤੇ ਲਾਇਬਿਲਿਟੀ ਕਿਵੇਂ ਰਿਡਿਊਸ ਹੋਊਗੀ, ਰੀਪੇਮੈਂਟ ਆਫ ਲੋਨ। ਕੈਪੀਟਲ ਐਕਸਪੈਂਡੀਚਰ ਆ ਉਹਦੇ ਨਾਲ ਕੀ ਆ ਜਿਹੜੀ ਲਾਇਬਿਲਿਟੀ ਆ ਗਵਰਨਮੈਂਟ ਦੀ ਉਹ ਰਿਡਿਊਸ ਹੋਊਗੀ। ਹੁਣ ਇਸ ਤਰੀਕੇ ਨਾਲ ਜਿਵੇਂ ਆਪਣੇ ਰੈਵਨਿਊ ਐਕਸਪੈਂਡੀਚਰ ਦੀਆਂ ਕੁਝ ਇੰਪੋਰਟੈਂਟ ਆਈਟਮਸ ਦੇਖੀਆਂ ਸੀ ਵੀ ਜਿਹੜੀਆਂ ਇੰਡੀਅਨ ਗਵਰਨਮੈਂਟ ਜਿਹੜਾ ਆਪਣਾ ਇੰਡੀਅਨ ਗਵਰਨਮੈਂਟ ਬਜਟ ਉਹਦੇ ਵਿੱਚ ਇਨਕਲੂਡ ਕਰਦੇ ਆ, ਇਸ ਤਰੀਕੇ ਨਾਲ ਕੁਝ ਇੰਪੋਰਟੈਂਟ ਆਈਟਮਸ ਨੇ ਕੈਪੀਟਲ ਐਕਸਪੈਂਡੀਚਰ ਦੀਆਂ ਜਿਹੜਾ ਆਪਣਾ ਇੰਡੀਅਨ ਗਵਰਨਮੈਂਟ ਬਜਟ ਆ ਉਹਦੇ ਵਿੱਚ ਆਪਾਂ ਕੀ ਕਰਦੇ ਆ ਇਨਕਲੂਡ ਕਰਦੇ ਆ। ਜਿਵੇਂ ਐਕਸਪੈਂਡੀਚਰ ਔਨ ਲੈਂਡ ਐਂਡ ਬਿਲਡਿੰਗ, ਐਕਸਪੈਂਡੀਚਰ ਔਨ ਮਸ਼ੀਨਰੀ ਐਂਡ ਇਕਵਿਪਮੈਂਟ, ਪਰਚੇਸ loan by the central government to the state governments or state corporations। ਇਹ ਕੀ ਨੇ ਕੁਝ ਆਈਟਮਸ ਨੇ ਕੈਪੀਟਲ ਐਕਸਪੈਂਡੀਚਰ ਦੀਆਂ ਜਿਹੜੀਆਂ ਆਪਾਂ ਰਿਕਾਰਡ ਕਰਦੇ ਆ ਇਨ ਇੰਡੀਅਨ ਗਵਰਨਮੈਂਟ ਬਜਟ ਦੇ ਵਿੱਚ। ਤਾਂ ਅੱਜ ਆਪਾਂ ਨੇ ਕਨਸੈਪਟ ਪੜ੍ਹਿਆ ਸੀ ਜੀ ਕੰਪੋਨੈਂਟਸ ਆਫ ਦਾ ਬਜਟ ਜਾਂ ਸਟਰਕਚਰ ਆਫ ਦਾ ਬਜਟ। ਉਮੀਦ ਕਰਦੇ ਹਾਂ ਵੀ ਅੱਜ ਦੇ ਕਨਸੈਪਟ ਕਲੀਅਰ ਹੋ ਗਏ ਹੋਣਗੇ। ਤਾਂ ਜਿਹੜੀ ਆਪਣੀ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ, ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ। ਥੈਂਕ ਯੂ।